ਉਹ ਉਲਟਾ ਹੁਣ ਮੇਰੇ ਤੇ ਇਲਜ਼ਾਮ ਲਾ ਕੇ ਵੀ ਮੈਨੂੰ ਮਰਾਉਣਾ ਚਾਹੁੰਦੀ ਹੈ। ਮੈਂ ਜੀ ਦੁਨੀਆ ਤੇ ਇਕੱਲਾ ਰਹਿ ਗਿਆ, ਮੇਰੇ ਭਰਾ ਮਰ ਗਏ ਨੇ, ਮੇਰੇ ਭਰਾ ਤੁਸੀਂ ਹੀ ਹੈਗੇ ਜੇ। ਦਿਲ ਕਰਦਾ ਤੇ ਮੈਨੂੰ ਵੀ ਗੋਲੀ ਮਾਰ ਦਿਓ, ਜਦ ਨੂੰ ਗੋਲੀਆਂ ਦੇ ਦਿਓ, ਮੈਂ ਹੁਣੇ ਮਰ ਜਾਵਾਂ ਤੇ ਭਰਾ ਦੇ ਨਾਲ। ਮੇਰੇ ਵਿੱਚ ਕੋਈ ਐਬ ਨਹੀਂ, ਮੈਨੂੰ ਵੀ ਬਾਗ ਮਾਰ ਕੇ ਥਾਲਾ ਮਾਰ ਦੇ, ਮੈਂ ਪਾਗਲ ਹੋਇਆ, ਦਿਲ ਕਰਦਾ ਮੈਂ ਮਰ ਜਾਵਾਂ ਕਿਤੇ ਬਸੇ ਮੂੰਹ ਕਰ। ਮੰਡਲੀ ਸਾਹਿਬ ਤੁਸੀਂ ਮਕਤੂਲ ਜਿਹੜਾ ਸੀ ਢੋਲ ਮਾਸਟਰ ਸੀ, ਉਹਦੇ ਕੀ ਲੱਗਦੇ ਹੋ? ਮੈਂ ਜੀ ਉਹਦਾ ਭਾਈ ਆ, ਸੱਕੇ ਭਾਈ ਹੋ? ਸੱਕਾ ਭਾਈ ਆ ਜੀ। ਵੱਡੇ ਹੋ ਛੋਟੇ ਉਹਨਾਂ ਤੋਂ? ਮੈਂ ਸਰ ਜੀ ਉਸ ਤੋਂ ਵੱਡਾ ਹਾਂ। ਵੱਡੇ ਭਾਈ ਉਹਨਾਂ ਦੇ। ਤੇ ਇਹ ਤੁਸੀਂ ਹੁਣ ਲਾਸ਼ ਲੈਣ ਗਏ ਸੋ, ਉਹ ਪਿੰਡ ਦਾ ਨਾਂ ਕੀ ਹੈਗਾ ਵਾ? ਇਹ ਜੀ ਜੜਾ ਵਾਲੇ ਦੇ ਕੋਲ ਨਹੀਂ ਜੀ, ਨਹੀਂ ਰੁਆਲਾ ਲੰਘ ਕੇ ਨਾ ਜਿਹੜਾ ਨਹਿਰ ਦਾ ਪੁਲ ਹੈ ਨਾ, ਉਹਦੇ ਨਾਲ ਥਾਣਾ ਬਣਿਆ ਆ। ਉਹ ਜੀ ਸਾਡੇ ਨਾਲ ਗਏ ਨੇ, ਉਸ ਤੋਂ ਤਕਰੀਬਨ ਕੋਈ ਅੱਧਾ ਕਿਲੋਮੀਟਰ ਪਰ ਨਾਲ ਸੱਜੀ ਸਾਈਡ ਤੇ ਗਏ ਆ ਤੇ ਨਾਲ ਕਬਰਸਤਾਨ ਬਣਿਆ ਸੀ, ਉੱਥੋਂ ਅਸੀਂ ਜੀ ਲਾਸ਼ ਲੈ ਕੇ ਆਏ ਜੀ। ਇਹ ਮੇਰਾ ਸੱਕਾ ਭਾਈ ਹੈ, ਠੀਕ ਹੈ। ਅਸੀਂ ਸਰ ਇੰਨੇ ਕੁ ਗਰੀਬ ਆ, ਜਿੰਨਾ ਝੂਠ ਮਾਰੀਏ ਅਸੀਂ ਕਿਸੇ ਨੂੰ ਲਾਲਾ ਜੀ ਮੂੰਹ ਵਿਖਾਣ ਜੋਗੇ ਨਹੀਂ ਰਹੇ ਵੀ ਅਸੀਂ ਕਿਸੇ ਨੂੰ ਆਪਣੀ ਸ਼ਕਲ ਹੀ ਵਿਖਾ ਸਕੀਏ। ਤੇ ਦੂਸਰਾ ਕਿ ਇਸ ਭਾਈ ਦਾ ਮੈਂ ਸ਼ਕਲ ਦਾ ਵੀ ਵਾਕਿਫ ਨਹੀਂ, ਬਗੈਰ ਤੇ ਕੌਣ ਹੈ ਤੇ ਕੌਣ ਨਹੀਂ ਹੈਗਾ, ਨਾ ਆਉਣ ਨਾ ਜਾਣ ਨਾ ਲੈਣੀ ਨਾ ਦੇਣੀ। ਸਰ ਜਿਹੜਾ ਮੇਰੇ ਕੋਈ ਵਾਕਿਆ ਹੁੰਦਾ ਨਾ ਤੇ ਮੈਨੂੰ ਫੋਨ ਮਿਲਦਾ ਆਇਆ ਮੇਰੇ ਲਈ, ਮੈਂ ਸਰ ਜੀ ਤੇਲੀਆਂ ਦੀ ਚਲਾਰ ਤੇ ਸਾਂ, ਆਪਣੇ ਬੱਚਿਆਂ ਦੀ ਰੋਜ਼ੀ ਵਾਸਤੇ ਮੰਜੀਆਂ ਬਣਾ ਰਿਹਾ ਸਾਂ। ਉੱਥੇ ਫੋਨ ਗਿਆ ਜਾ ਕੇ ਤੁਹਾਨੂੰ ਨਕਸ਼ੇ ਵੀ ਵਿਖਾ ਦੇਣਾ ਜਿਹੜੇ ਮੈਂ ਕੰਮ ਕਰ ਰਿਹਾ। ਉਹਨਾਂ ਦੇ 4 ਮੰਜੇ ਤੇ 4 ਪੀੜ ਸਨ। ਮੈਂ ਜੀ ਉਹ 2 ਮੰਜੇ ਇੱਕ ਦਿਨ ਬਣਾਏ ਨੇ, 2 ਇੱਕ ਦਿਨ ਬਣਾਏ ਨੇ। ਉੱਥੋਂ ਉਹਨਾਂ ਕੋਲ ਪੈਸੇ ਲਏ ਨੇ। ਉੱਤੋਂ ਮੈਨੂੰ ਫੋਨ ਆ ਗਿਆ ਮੇਰੇ ਭਤੀਜੇ ਦਾ, ਮੈਨੂੰ ਕਹਿੰਦਾ ਕਿ ਅੱਬੂ ਨਾ ਗਾਂ ਲੈਣ ਗਿਆ ਵੇ, 1,10,000 ਰੁਪਇਆ ਲੈ ਗਿਆ ਤੇ ਉਹਦਾ ਮੋਬਾਈਲ ਨੰਬਰ ਬੰਦ ਹੈ। ਮੈਂ ਘਰ ਆਇਆ, ਆ ਕੇ ਆਪਣੀ ਮਾਮੀ ਨੂੰ ਲੈ ਕੇ ਆਇਆ, ਇੱਥੇ ਆਇਆ, ਇੱਥੇ ਆ ਕੇ ਨਾ ਇਹਨਾਂ ਦਰਖਾਸਤ ਕਰਵਾਈ ਹੈ, ਦਰਖਾਸਤ ਜਮ੍ਹਾਂ ਕਰਾਈਏ ਤੇ ਮੈਂ ਘਰ ਆ ਗਿਆ। ਮੇਰਾ ਇੱਕ ਦੋਸਤ ਹੈ ਮੁਹੰਮਦ ਅਹਿਸਾਨ, ਰਾਹ ਮੁਹੰਮਦ ਅਹਿਸਾਨ, ਫਰੋਜ਼ ਵਟਵਾ ਰਹਿੰਦਾ। ਉਹਦੇ ਕੋਲ ਮੈਂ ਗਿਆ, ਉਹਦੇ ਕੋਲ ਜਾ ਕੇ ਮੈਂ ਅਲਫੀਆ ਬਿਆਨ ਕੀਤਾ। ਉਹਨੇ ਮੈਨੂੰ ਇਹ ਗੱਲ ਕੀਤੀ ਕਿ ਪੁੱਤਰ ਉਹ ਜੋ ਗਾਂ ਲੈਣ ਵਾਸਤੇ ਗਿਆ 1,10,000 ਰੁਪਇਆ ਲੈ ਕੇ ਸਾਈਕਲ ਉਹਦੇ ਅੱਬੂ ਨੇ ਟੋਰ ਕੇ ਲਿਆਉਣਾ ਉੱਧਰੋਂ। ਉਹਨੇ ਕਿਹਾ ਜਲ ਕੇ ਘਰੋਂ ਆਪਣੇ ਜਾ ਕੇ ਤੇ ਸਫਾਈ ਲੈ। ਮੈਂ ਜੀ ਸਰਿਆਮ ਆਇਆ, ਪੂਰੀ ਇੰਜ ਬਰਾਦਰੀ ਇਕੱਠੀ ਹੋਈ ਹੈ। ਮੈਂ ਕਿਹਾ ਨਾਨਕ ਮੈਨੂੰ ਤੁਸੀਂ ਸਫਾਈ ਦਿਓ, ਮੈਨੂੰ ਤੁਹਾਡੇ ਤੇ ਡਾਊਟ ਹੈ, ਮੇਰੇ ਕੋਲ ਸਫਾਈ ਲਓ ਤੇ ਮੈਨੂੰ ਦਿਓ। ਇਹਨਾਂ ਮੇਰੀ ਕਿਸੇ ਗੱਲ ਨਹੀਂ ਮੰਨੀ ਸੁਣੀ, ਇਹਨਾਂ ਗੱਲਾਂ ਬਾਣੇ ਤਾਣੇ ਕਰਕੇ ਉਹਨਾਂ ਨੂੰ ਸੱਚਿਆਂ ਕਰਦਾ। ਭਰਜਾਈ ਮੇਰੇ ਕੋਲ ਆਈ ਹੈ, ਉਹਨੇ ਕਿਹਾ ਜੀ ਮੈਂ ਤੈਨੂੰ ਰਿਸ਼ਤਾ ਦਿੱਤਾ ਸੀ, ਤੇਰੇ ਨਾਲ ਮੇਰੇ ਪੜੋਈ ਲੜਕਾਣੇ ਰਹਿੰਦੇ ਨੇ ਤੇ ਮੈਂ ਉਧਰ ਧੀ ਦੇਣੀ ਸੀ। ਮੈਂ ਇਹ ਸੋਚਿਆ ਵੀ ਚੱਲ ਇਹਦੇ ਭਰਾ ਕੋ ਰਿਸ਼ਤਾ ਲਿਆਇਆ ਤੇ ਰਿਸ਼ਤਾ ਲੈ ਲਵੇ, ਚਲੋ ਘਰ ਸਾਡਾ ਨਾਲ ਵਸਦਾ ਰਹੇਗਾ ਤੇ ਸੁਲ੍ਹਾ ਸਲੂਕ ਸਾਡਾ ਹੁੰਦਾ ਰਹੇਗਾ। ਤੂੰ ਸਾਨੂੰ ਬਦਨਾਮ ਕੀਤਾ, ਮੈਂ ਹੁਣ ਤੈਨੂੰ ਜੀ ਰਿਸ਼ਤੇ ਸਾਰੇ ਆਮਾਂ ਵਿੱਚ ਰੱਖ ਲੈਣਾ। ਮੈਂ ਕਿਹਾ ਜੀ ਮੈਨੂੰ ਰੱਖ ਲੈਣੀ। ਰਾਤੀ ਜਨਾਬ ਮੈਂ ਇੱਥੋਂ ਘਰ ਗਿਆ ਵਾਂ, ਸਾਰੀ ਰਾਤ ਕੁਰਾਨੇ ਪਾਕ ਪੜਦਾ ਰਿਹਾ ਤੇ ਉੱਤੇ ਸਜਦੇ ਵਿੱਚ ਉੱਥੇ ਮੈਂ ਰੋਂਦਾ ਰਿਹਾ, ਠੀਕ ਹੈ। ਮੈਂ ਕਿਹਾ ਮੌਲਾ ਮੁਸ਼ਕਿਲ ਖੁਸ਼ਾ ਮੈਂ ਤੇਰਾ ਖਤਮ ਦਵਾਵਾਂਗਾ, ਮੇਰਾ ਇਨਸਾਫ ਕਰ। ਉਹ ਰੱਬ ਨੇ ਮੇਰਾ ਇਨਸਾਫ ਕਰ ਦਿੱਤਾ ਹੈ। ਮੁੜ ਕੇ ਸਾਡੇ SHO ਸਾਹਿਬ ਜੋ ਹੈ ਨਾ, ਆਪਣਾ ਇੰਸਪੈਕਟਰ ਸਾਹਿਬ ਸਿਆਲ ਸਾਹਿਬ, ਇਹ ਪਿੰਡ ਇੱਟਾਂ ਦੇ ਹੈਗੇ ਨੇ, ਸਾਡਾ ਇਹਨੇ ਬੜੀ ਖਿਦਮਤ ਕੀਤੀ ਹੈ, ਬੜਾ ਸਾਨੂੰ ਅੱਛਾ ਮੌਕਾ ਦਿੱਤਾ। ਅਸੀਂ ਇਹਦੇ ਕੋਲ ਆਏ ਹਾਂ, ਅਸੀਂ ਇਹਨਾਂ ਨੂੰ ਸਾਰਾ ਵਾਕਿਆ ਵਿਖਾਇਆ। ਇਹ ਸਾਡੇ ਕੋਲ ਗਏ ਨੇ, ਇਹਨਾਂ ਨਾਲ ਅਸੀਂ ਨੰਬਰ ਟਰੇਸ ਕਰਵਾਏ ਨੇ। ਔਰ ਮੇਰਾ ਪੁੱਤਰ ਦਾ ਮੈਰ ਅਲੀ ਹੈ, ਉਹਨੂੰ ਮੈਂ ਪੁੱਛਿਆ ਪੁੱਤਰ ਘਰ 'ਚ ਕੋਈ ਨੰਬਰ ਐਸਾ ਹੈ? ਉਹਨੇ ਆਖਿਆ ਜੀ ਅੱਬੂ ਜੀ ਕਿ ਆਹ ਇੱਕ ਨੰਬਰ ਹੈਗਾ 0301 9895 ਇਹ ਨੰਬਰ ਹੈ। ਮੈਂ ਕਿਹਾ ਪੁੱਤਰ ਅੱਗੇ ਹੁਣ ਤੱਕ ਤੁਸੀਂ ਸਾਨੂੰ ਦੱਸਿਆ ਨਹੀਂ। ਉਸ ਅੱਬੂ ਜੀ ਮੈਨੂੰ ਅੱਗੇ ਨਹੀਂ ਸੀ ਪਤਾ, ਮੈਨੂੰ ਉਦੋਂ ਪਤਾ ਚੱਲਿਆ ਜਦੋਂ ਇਹ ਵਾਕਿਆ ਹੋ ਗਿਆ। ਲੇਕਿਨ ਪਤਾ ਹੈ ਸੀ ਜਾਂ ਨਹੀਂ ਸੀ, ਲੇਕਿਨ ਮੈਨੂੰ ਨਹੀਂ ਸੀ ਪਤਾ। ਮੈਂ ਭਰਜਾਈ ਨੂੰ ਫਿਰ ਵੀ ਸਾਈਡ ਤੇ ਛੱਡਿਆ ਵੀ ਇਹ ਨੰਬਰ ਤੂੰ ਕਿਉਂ ਦਿੱਤਾ ਹੈ, ਇਹ ਤੇਰੇ ਕੋਲ ਕਿੱਧਰੋਂ ਆਇਆ? ਉਹ ਮੇਰੇ ਕੋਲ ਮੁੱਕਰ ਗਈ ਹੈ। ਉਹ ਕਹਿੰਦੀ ਇਹ ਨੰਬਰ ਮੇਰੇ ਕੋਲ ਪੁੱਤਰ ਪਹਿਲੇ ਚੱਲ ਰਿਹਾ ਸੀ, ਲੇਕਿਨ ਉਸੇ ਦਿਨ ਮੈਂ ਮੁੰਡੇ ਨੂੰ ਮੁੜ ਬੁਲਾਇਆ। ਉਹਨੇ ਆਖਿਆ ਜੀ ਮੈਨੂੰ ਨੰਬਰ ਅੰਮੀ ਨੇ ਹੁਣ ਪਤਾ ਹੈ, ਜੋ ਕੁਝ ਹੋਇਆ ਉਸ ਨੰਬਰ ਤੋਂ ਹੀ ਹੋਇਆ, ਠੀਕ ਹੈ। ਉਹ ਕਹਿੰਦਾ ਕਿ ਜਿਹੜਾ ਨੰਬਰ ਚੱਲ ਰਿਹਾ ਅੰਮੀ ਦੇ ਨਾਂ ਤੇ, ਜਿਹੜਾ ਉਹ ਭਾਈ ਫਰੀਜਾ ਹੋਵੇ ਉਹਦੇ ਕੋਲ ਵੀ ਨੰਬਰ ਇਹਦੇ ਨਾਂ ਤੇ। ਉਹ ਉਲਟਾ ਹੁਣ ਮੇਰੇ ਤੇ ਇਲਜ਼ਾਮ ਲਾ ਕੇ ਵੀ ਮੈਨੂੰ ਮਰਾਉਣਾ ਚਾਹੁੰਦੀ ਹੈ। ਮੈਂ ਜੀ ਦੁਨੀਆ ਤੇ ਇਕੱਲਾ ਰਹਿ ਗਿਆ, ਮੇਰੇ ਭਰਾ ਮਰ ਗਏ ਨੇ, ਮੇਰੇ ਭਰਾ ਤੁਸੀਂ ਹੀ ਹੈਗੇ ਜੇ। ਦਿਲ ਕਰਦਾ ਤੇ ਮੈਨੂੰ ਵੀ ਗੋਲੀ ਮਾਰ ਦਿਓ, ਜਦ ਨੂੰ ਗੋਲੀਆਂ ਦੇ ਦਿਓ, ਮੈਂ ਹੁਣੇ ਮਰ ਜਾਵਾਂ ਤੇ ਭਰਾ ਦੇ ਨਾਲ। ਮੇਰੇ ਵਿੱਚ ਕੋਈ ਐਬ ਨਹੀਂ, ਮੈਨੂੰ ਵੀ ਬਾਗ ਮਾਰ ਕੇ ਥਾਲਾ ਮਾਰ ਦੇ, ਮੈਂ ਪਾਗਲ ਹੋਇਆ, ਦਿਲ ਕਰਦਾ ਮੈਂ ਮਰ ਜਾਵਾਂ ਕਿਤੇ ਬਸੇ ਮੂੰਹ ਕਰ ਜਾਵਾਂ। दूसरा मोहम्मद अली जी, कला नहीं बहु है, सारा महला ही अपना सारे नाल है। लोग देखो सारे तेरे नाल जेड़ा सब जुल्म तेरे होया, नाल ਅਸੀਂ ਉਹ ਤੇਰੇ ਜਿਹੜੇ ਫਾਰਮ ਤੇ ਵੀ ਜਾਣਾ ਪਿਆ, ਆਵਾਜ਼ ਖਾਣੀ ਪਈ, ਅਸੀਂ ਨਾਲ ਆ। ਵਕੀਲ ਕਰਨਾ ਹੈ, ਥਾਣੇ ਜਾਣਾ ਹੈ, ਕਿਸੇ ਖਰਚਾ ਨਹੀਂ, ਸਾਰਾ ਮਹੱਲਾ ਤੇਰੇ ਨਾਲ ਆ। ਤੂੰ ਕੱਲਾ ਨਹੀਂ ਹੈ, ਸਾਰਾ ਮਾਨਾ ਵਾਲਾ ਹੀ ਤੇਰੇ ਨਾਲ ਆ। ਜਿੰਨਾ ਜ਼ੁਲਮ ਹੋਇਆ, ਬੜੀ ਮਿਹਰਬਾਨੀ। ਠੀਕ ਹੈ, ਅਸੀਂ ਤੇਰੇ ਪਹਿਲੇ ਵੀ ਨਾਲ ਆ, ਹੁਣ ਵੀ ਨਾਲ ਆ। ਇਹ ਲਾਸ਼ ਜਿਹੜੀ ਹੈ ਫਿਰ ਮੈਰ ਅਲੀ ਲੱਭ ਕੇ ਲਿਆ? ਹਾਂ ਜੀ, ਮੈਰ ਦੇ ਨਾਲ ਜੀ ਚੇਤਾ ਹੈ, ਤੁਹਾਡਾ ਬੇਟਾ ਹੈ। ਮੈਰ ਦੇ ਨਾਲ ਉਹ ਮੁੰਡਾ ਸਿਰ ਨਾਲ ਸਕੂਟਰ ਤੇ ਪਾ ਕੇ ਲੈ ਕੇ ਗਿਆ ਲਾਸ਼ ਲੱਭਣ। ਹਾਂਜੀ, ਆਪੇ ਹੀ ਮਾਰਾਂ ਨਾਲ, ਆਪੇ ਹੀ ਫੜਾਵਾਂ ਨਾਲ ਕਾਤਲ ਹੈ ਨਾ। ਉਹ ਦੋਸਤ ਬਣਿਆ ਸੀ ਕਿਤੇ ਇਹਨਾਂ ਦਾ ਵੀ, ਆਪੇ ਹੀ ਮਾਰਾਂ ਨਾਲ ਆਇਆ ਤੇ ਆਪੇ ਹੀ ਨਾਲ ਲਿਜਾਵਾਂ ਨਾਲ ਹੈ। ਉਹ ਨਵੀਦ ਕੰਬੋ ਤੋਂ ਨਾਲ ਜਾ ਕੇ ਉੱਥੇ ਜਾ ਕੇ ਕਹਿੰਦਾ ਵੀ ਇੱਥੋਂ ਪਤਾ ਕਰੋ। ਉੱਥੇ ਜਿਸੇ ਫੋਟੋ ਸ਼ੋਟੋ ਵੇਖੋ, ਉੱਥੋਂ ਨੱਸਣ ਦੀ ਕੀਤੀ ਹੈ। ਉਹਨਾਂ ਨੂੰ ਬੋਤਲਾਂ ਵੀ ਪਈਆਂ ਨੇ, ਪਾਣੀ ਦਾ ਕਸ਼ਾਫ ਕੀਤਾ ਕਿ 5 ਸਾਲ ਤੋਂ ਮੇਰਾ ਇਸ ਬੀਬੀ ਨਾਲ ਤਲਕ ਵਾ। 5 ਸਾਲ ਤੋਂ ਹੀ ਆਉਂਦਾ ਜਾਂਦਾ। ਜਦੋਂ ਨਵਾਜ਼ ਚੱਲ ਜਾਂਦਾ ਸੀ ਕੰਮਕਾਰ ਤੇ,
ਦਿਨੇ ਚਲ ਗਿਆ, ਰਾਤ ਨੂੰ ਚਲ ਗਿਆ। ਮਾਨਲ ਦੇ ਵਿੱਚ ਦੁਕਾਨ ਉਹਨੇ ਬਣਾਈ, ਨਵੀਦ ਕਬੋ ਜਿਹੜਾ। ਉਹ ਜਦੋਂ ਦਾ ਦਿਲ ਕਰਨਾ ਵੀ ਉਹ ਨਵਾਜ਼ ਘਰੋਂ ਨਿਕਲਿਆ, ਉਸ ਵੇਲੇ ਫੋਨ ਹੋ ਜਾਣਾ, ਨਵਾਜ਼ ਚਲਾ ਗਿਆ, ਉਹਨੇ ਘਰ ਆ ਜਾਣਾ। 5 ਸਾਲ ਤੋਂ ਉਹਨਾਂ ਦਾ ਤਾਲੁਕ ਵਾ। ਤੇ ਇਨਸ਼ਾਅੱਲਾ ਕਿਤੇ ਨਹੀਂ ਜਾਂਦੇ, ਆਪਣੇ ਕੈਫਰੇ ਕਿਰਦਾਰ ਤੱਕ ਪਹੁੰਚਣਗੇ। ਤੂੰ ਤਗੜਾ ਬੋਲੋ। ਹਾਂਜੀ ਇਨਸ਼ਾਅੱਲਾ ਇਹ ਜਿਹੜਾ ਵੀ ਫੋਰਮ ਤੇ ਹੋਣਗੇ ਅਸੀਂ ਇਹਨਾਂ ਦੇ ਨਾਲ, ਅੱਗੇ ਵੀ ਨਾਲ ਹੋਈਦਾ ਸੀ। ਸਾਡਾ ਮਹੱਲਾ ਹੈ, ਸਾਡਾ ਘਰ ਹੈ ਸਾਰਾ। ਤੇ ਜਿਹੜਾ ਜ਼ੁਲਮ ਹੋਇਆ ਹੈ ਅਸੀਂ ਇਹਦੇ ਬਿਲਕੁਲ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਦੇ ਜੀ। ਇਹ ਮਲਕ ਸਾਹਿਬ ਇਹ ਤੁਸੀਂ ਇਹਨਾਂ ਦੇ ਮਹੱਲੇਦਾਰ ਹੋ ਹਾਂਜੀ ਤੇ ਇਹ ਤੇ ਵਿਚਾਰੇ ਬੜੇ ਗਰੀਬ ਲੋਕ ਨੇ, ਸਾਰਿਆਂ ਨੂੰ ਬਹੁਤ ਡਬਲ ਹੀ ਤੋਂ ਡਬਲ ਮਿਹਨਤ ਸਜ਼ਾ ਮਜ਼ਦੂਰੀ ਮਿਲਣੀ ਕਰਦੇ ਚਾਹੀਦੀ ਨੇ। ਹੈ। ਜਿਵੇਂ ਮੇਰੇ ਭਰਾ ਨੂੰ ਉਸ ਤੋਂ ਡਬਲ ਸਜ਼ਾ ਹੋਣੀ ਚਾਹੀਦੀ ਇਹਨਾਂ ਨੂੰ। ਇਹਨਾਂ ਇਹਨਾਂ ਦੀ ਦਾ ਗੋਲੀ ਲੱਗਣੀ ਚਾਹੀਦੀ ਨਾਲ। 1000 ਰੁਪਏ ਇੱਕ ਨੌ ਦਾ ਮੈਂ ਦੇਵਾਂਗਾ, ਮੇਰੇ ਖਲੋਕ ਉੱਤੇ ਨਾ ਲਵਾਓ, ਨਹੀਂ ਮੇਰੇ ਨਾਲ ਲਾਓ। ਇਹਨੇ ਮੇਰੇ ਤੇ ਇਲਜ਼ਾਮ ਲਾਇਆ। ਤੂੰ ਛੱਡ, ਇਹ ਗੱਲਾਂ ਨਹੀਂ ਕਰੀਦਾ। ਇਹਨਾਂ ਦਾ ਹੁਣ ਮਲਕ ਸਾਹਿਬ ਤੁਸੀਂ ਇਹਨਾਂ ਦੇ ਮਹੱਲੇਦਾਰ ਹੋ ਹਾਂਜੀ ਤੇ ਉਹ ਬੀਬੀ ਨੇ ਇਹਦੇ ਤੇ ਇਲਜ਼ਾਮ ਲਗਾ ਕੇ ਇਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਆਪਣੇ ਜੇਠ ਨੂੰ ਬਿਲਕੁਲ ਜੀ। ਕਿ ਇਹ ਨੂੰ ਮੈਂ ਮੁਲਵਸ ਕਰ ਦਿਆਂਗੇ ਅਗਰ ਤੂੰ ਅੱਗੇ ਚੱਲਿਆ। ਹਾਂਜੀ ਲੇਕਿਨ ਉਹ ਇਹਦਾ ਭਰਾ ਸੀ, ਇਹਦਾ ਖੂਨ ਸੀ। ਇਹਨੇ ਜਿਸ ਤਰ੍ਹਾਂ ਵੀ ਇਹਦੇ ਬੇਟੇ ਨੇ ਨਾਲ ਮਿਲ ਕੇ ਜਿਸ ਤਰ੍ਹਾਂ ਵੀ ਉਹਨੂੰ ਲੱਭਿਆ, ਟ੍ਰੇਸ ਕੀਤਾ। ਹੁਣ ਵੀ ਵਿਚਾਰਾ ਗਰੀਬ ਹੈਗਾ ਵਾ, ਮਿਹਨਤ ਮਜ਼ਦੂਰੀ ਕਰਦਾ। ਹੁਣ ਤੁਸੀਂ ਇਹਨਾਂ ਦੀ ਕੀ ਇਮਦਾਦ ਕਰੋਗੇ? ਅਸੀਂ ਇਹਨਾਂ ਦੀ ਬਿਲਕੁਲ ਹਰ ਫੋਰਮ ਤੇ ਜਿਹੜਾ ਖਰਚਾ ਹੈ, ਵਕੀਲ ਹੈ, ਜੋ ਹੈ ਵਾ, ਮੇਰੇ ਭਾਈ ਨੇ ਵੱਡੇ ਡਾਕਟਰ ਤਾਰਕ ਗੁਲਜ਼ਾਰ ਸਾਹਿਬ, ਉਹਨਾਂ ਨੇ ਪਹਿਲੇ ਵੀ ਇਹਨਾਂ ਨੂੰ ਕਿਹਾ ਹੈ ਕਿ ਅਸੀਂ ਇਹਨਾਂ ਦੇ ਬਿਲਕੁਲ ਨਾਲ ਆ। ਸਾਰਾ ਮਹੱਲਾ ਨਾਲ ਹੈ, ਸਾਰਾ ਮਾਨ ਵਾਲਾ ਨਾਲ ਹੈ इंशाल्लाह। जी जैसा कि आपने सुना कि डॉक्टर तारक गुलजार साहब जो हैं वो मानावाला के साहब का नायब नाज़िम रह चुके हैं और दुखी इंसान की खिदमत में पेश भी रहते हैं। वो इनके मोहल्लादार हैं मानावाला में। तो उनके भाई का ये कहना है कि हम वकील भी खुद करेंगे और इनका खर्चा भी करेंगे और केस ये पूरा लड़कर इनको कैफरे किरदार तक पहुँचाएंगे। इंशाल्लाह इंशाल्लाह साडा सारा महल्ला मुतहद है।